अभुल यादां भाग 4 ढाडी ज्ञानी सोहण सिंह सीतल। मैं अज रोटी नहीं खानी, मेरी पक्की मंगणी भविखबाणी पेशन गोई, अंतरजामी अते मेरे इनाम ते सन्मान। वाहिगुरू जी का खालसा, वाहिगुरू जी की फतेह। मैं अज रोटी नहीं खानी। सिख राज खत्म होण पिछों पिंडां दे सिखां उत्ते, खास कर जट्टां सिखां उत्ते पंडितां ने अपना पूरा प्रभाव जमा लिया सी। सारिਆਂ ने आखना जी अंत असीं हिंदू जामा हाँ, पंडित तां साडे पूजणयोग हन, अगली दरगाह इन्हां ही सहायता करनी है। बस ओहा पंडित पूजा, देवी पूजा, जोतां जठेरे सारे पिंड दीआं माईयां जोतां जगाया करदियां सन। मेरी उम्र उदों 8 साल दी होवेगी। मेरी माता जी ने भी जोत जगाई। मैं कहा माँ मैं अज रोटी नहीं खानी। क्यों? माता जी ने जरा हैरानी नाल पुछया। अज सब कुछ देवी माता दा झूठा हो गया है पुੱਤ, तू रोटी खा लै ते मैं अज तो पिछों जोत नहीं जगावांगी। नाल ही उन्हां जोत बुझा दित्ती। समझौता हो गया। मैं जपजी साहिब दा पाठ करके रोटी खा लई। उस तो पिछों मेरे माता जी ने कदे जोत नहीं सी जगाई ते ना ही जंडी ठारन ते जां जठेरे पूजन गए सन। मेरी पक्की मंगणी, नहीं कोई आशिक मुसलमान बराबर, वो हूरों पे मरता है बे देखे भाले। उर्दू दा शेर मैं 17-18 साल दी उम्र विच पढ़िया, पर इस दा एहसास 11 साल दी उम्र विच ही हो गया जद मेरी पक्की मंगणी होई। हाँ पूरी तरह पक्की। पूर्व जन्म के मिले संजोगी, महला 5वां, पन्ना 700। हाँ कई जन्मां दे पक्के संजोग, अटुट रिश्ता, अखे मेरी ते माही दी प्रीत अजोकी, जद चूचक मूचक नाही। इस तो पहलां कच्चियां मंगणियां होईयां जो ਕੱਚ ਦੀ ਵਾਂਗ ਟੁੱਟ ਗਈਆਂ। ਪਹਿਲੀ ਮੰਗਣੀ ਦੀ ਮੈਨੂੰ ਸੰਭਾਲ ਵੀ ਨਹੀਂ। ਲੋਕਾਂ ਨੂੰ ਵੀ ਤਾਂ ਪਤਾ ਲੱਗਾ ਜਾਂ ਸਗਨ ਦੇ ਪਤਾਸੇ ਵੰਡੇ ਗਏ। ਮੇਰੇ 2 ਸੁਹਿਰਦ ਚਾਚਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਨੀਂਦ ਹਰਾਮ ਹੋ ਗਈ। ਉਹਨਾਂ ਲੜਕੀ ਵਾਲਿਆਂ ਦੇ ਕੁਝ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਹਨਾਂ ਦਾ ਬੂਹਾ ਜਾ ਮੱਲਿਆ। ਬੰਦੇ ਦੋਵੇਂ ਸਿਰੜ ਦੇ ਪੱਕੇ ਸਨ। ਉਹ ਉਥੋਂ ਉਦੋਂ ਉੱਠੇ ਜਾਂ ਮੰਗਣੀ ਤੜਵਾ ਲਈ। ਦੂਸਰੀ ਮੰਗਣੀ ਮੇਰੀ ਬਾਲ ਉਮਰ ਦੀ ਖੇਡ ਸਹੇਲੀ ਨਾਲ ਹੋਈ। ਜਿਵੇਂ ਧੱਕੇ ਨਾਲ ਉਹ ਮੰਗਣੀ ਹੋਈ ਸੀ, ਤੜਾਉਣ ਵਾਲੇ ਨੇ ਸਿਰੋਂ ਪਰੇ ਘਾਲਣਾ ਘਾਲ ਕੇ ਉਹ ਤੁੜਾਈ ਤੇ ਉਹ ਨਿਰਦੋਸ਼ ਜਿਉਂਦੀ ਵੀ ਤੇ ਮਰਨ ਪਿੱਛੋਂ ਵੀ ਜਵਾਲਾਮੁਖੀ ਦੇ ਦਹਾਨੇ ਉੱਤੇ ਸੜਦੀ ਰਹੀ। ਉਸ ਤੋਂ ਪਿੱਛੋਂ ਮੇਰੇ ਵਾਸਤੇ 2 ਵਾਰ ਸਗਨ ਆਇਆ, ਜੋ ਮੇਰੇ ਸੁਹਿਰਦ ਬਜ਼ੁਰਗਾਂ ਨੇ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਕਾਂਟਾ ਬਦਲ ਕੇ ਕਿਸੇ ਹੋਰ ਅੱਡੇ ਤੇ ਲਾ ਦਿੱਤਾ। ਫਿਰ ਵਾਰੀ ਆਈ ਪੱਕੀ ਮੰਗਣੀ ਦੀ। ਵਿਚੋਲੇ ਸਨ ਇੱਕ ਬਜ਼ੁਰਗ ਸਾਧੂ ਬਾਬਾ ਧਿਆਨ ਦਾਸ ਜੀ, ਨਗਰ ਪੜਾਣਾ, ਜ਼ਿਲ੍ਹਾ ਲਾਹੌਰ, ਤੇ ਉਸ ਵਿੱਚੋਂ ਨਿਕਲ ਕੇ ਬੱਜਾ ਨਵਾਂ ਨਗਰ ਪੜਾਣਾ, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ। ਮੇਰੀ ਉਮਰ ਉਦੋਂ 11 ਸਾਲ ਦੀ ਸੀ। ਮੇਰੇ ਮਾਤਾ ਪਿਤਾ, ਮੇਰੀ ਜਨਮਾਂ ਦੀ ਸਾਥਣ ਦੇ ਪਿਤਾ ਸਰਦਾਰ ਬਾਗ ਸਿੰਘ ਜੀ ਤੇ ਬਾਬਾ ਧਿਆਨ ਦਾਸ ਜੀ ਬੈਠੇ ਸਨ। ਮੈਂ ਵੀ ਕੋਲ ਨੀਵੀਂ ਪਾਈ ਬੈਠਾ ਸਾਂ, ਪਰ ਮੇਰੇ ਕੰਨ ਬਜ਼ੁਰਗਾਂ ਦੀਆਂ ਗੱਲਾਂ ਵੱਲ ਲੱਗੇ ਹੋਏ ਸਨ। ਬਾਬਾ ਧਿਆਨ ਦਾਸ ਜੀ ਨੇ ਮੇਰੇ ਮਾਤਾ ਪਿਤਾ ਨੂੰ ਸੰਬੋਧਨ ਕਰਕੇ ਕਿਹਾ, ਮਾਤਾ ਜੀ ਜੱਟ ਦੀਆਂ 5 ਧੀਆਂ ਨੇ, ਸਿਰਫ ਲੜਕੀ ਹੀ ਮਿਲੇਗੀ, ਦਿੱਤ ਦਾਜ ਦੀ ਆਸ ਨਾ ਰੱਖਣੀ। ਬਾਬਾ ਜੀ, ਮੇਰੇ ਮਾਤਾ ਜੀ ਨੇ ਉੱਤਰ ਦਿੱਤਾ, ਮੇਰੀਆਂ ਵੀ 5 ਧੀਆਂ ਨੇ, ਦਿੱਤ ਦਾਜ ਦੀ ਇੱਛਾ ਨਹੀਂ, ਪਰ ਲੜਕੀ ਸਾਡੇ ਲੜਕੇ ਵਰਗੀ ਸੋਹਣੀ ਹੋਵੇ, ਘਰ ਵਿੱਚ ਬੈਠੀ ਦਿਲ ਨੂੰ ਭਾਏ, ਤੇ ਜੇ ਤੁਹਾਡੇ ਪੁੱਤਰ ਨਾਲੋਂ ਵੀ ਸੋਹਣੀ ਹੋਵੇ ਤਾਂ। ਬਾਬਾ ਧਿਆਨ ਦਾਸ ਜੀ ਨੇ ਥੋੜੇ ਸ਼ਬਦਾਂ ਵਿੱਚ ਹੀ ਗੱਲ ਮੁਕਾ ਦਿੱਤੀ। ਬਸ ਮੇਰੇ ਵਾਸਤੇ ਤਾਂ ਇੰਨਾ ਹੀ ਕਾਫੀ ਸੀ। ਮੁਸਲਮਾਨ ਨੂੰ ਤਾਂ ਉਹ ਹੂਰਾਂ ਮਰਨ ਪਿੱਛੋਂ ਹੀ ਨਹੀਂ, ਕਿਆਮਤ ਦੇ ਦਿਨ ਪਿੱਛੋਂ ਮਿਲਣੀਆਂ ਸਨ, ਤੇ ਮੇਰੀ ਨਵੀਂ ਨਰੋਈ ਹੂਰ ਮੈਨੂੰ 7 ਸਾਲ ਪਿੱਛੋਂ ਹੀ ਮਿਲ ਗਈ। ਸੱਚਮੁੱਚ ਹੀ ਉਹ ਮੇਰੇ ਨਾਲੋਂ ਸੋਹਣੀ ਸੀ। ਵੈਸੇ ਮੈਂ ਵੀ ਤਾਂ ਮਾੜਾ ਨਹੀਂ ਸਾਂ, ਸ਼ਾਹ ਬਹਿਰਾਮ ਨਾ ਸਹੀ, ਪਰ ਪੰਜਾਬ ਦੇ 94 ਗੱਭਰੂਆਂ ਵਿੱਚ ਗਿਣਿਆ ਜਾ ਸਕਦਾ ਸਾਂ। ਹੁਣ ਤਾਂ ਬੁਢਾਪੇ ਦੇ ਪਰਛਾਵਿਆਂ ਥੱਲੇ ਰੂਪ ਧੁੰਦਲਾ ਹੋ ਗਿਆ ਹੈ। ਵਾਹ ਬੁਢਾਪੇ ਅਸ਼ਕੇ ਤੇਰੇ,
किधर लै गयो साथी मेरे, जोबन मस्ती ऐल जवानी, दिल मस्ताना नज़र दीवानी, रूह दा खेड़ा प्रेम तरंगा, गुम होया सब अंदर तेरे, किथे मेरे बिशियर काले, हुसन खजाने दे रखवाले, फुल कुमलाए भौर नहीं दिसदे, ओ तां नहीं सी किसे ते विसदे, तेरे हंसां ते ओ भुल गए, अपना आप लुटावन वाले। पूरी कविता वਹਿੰਦੇ ਹੰਝੂ ਵਿੱਚ ਪੜ੍ਹੀ ਜਾ ਸਕਦੀ ਹੈ। ਭਵਿੱਖ ਬਾਣੀ ਪੇਸ਼ਨ ਗੋਈ। ਮੈਂ ਉਦੋਂ 8ਵੀਂ ਜਮਾਤ ਵਿੱਚ ਪੜ੍ਹਦਾ ਸਾਂ। ਉਰਦੂ ਦੇ ਉਸਤਾਦ ਦੀ ਪ੍ਰੇਰਨਾ ਨਾਲ ਮੈਂ ਉਰਦੂ ਵਿੱਚ ਸ਼ੇਅਰ ਲਿਖਣੇ ਸ਼ੁਰੂ ਕੀਤੇ। ਸ਼ੌਂਕ ਸੀ ਸੋ ਮੈਂ ਉਸ ਸਾਲ ਸਾਰੇ ਉਰਦੂ ਦੇ ਨਾਮਵਰ ਸ਼ਾਇਰਾਂ ਦੇ ਦੀਵਾਨ ਪੜ੍ਹੇ। ਉਹ ਸਮੇਂ ਦੇ 2 ਸ਼ੇਅਰ ਯਾਦ ਆ ਗਏ। नासे खुदा की जाज पे देते हैं जोर जो, तो क्यों ना फिर खुदा ही हम उसको कहा करें। अज मैं सोचदा हाँ कि ये मेरी अंतर आत्मा बैठी जीवन साथण दा प्यार बोल रहा सी। ਉਹਦਾ नाम भी रब वर्गा है। मैं सवेरे उठ के उच्ची उच्ची ਉਹਦਾ नाम करतार करतार लई जावां तां सुनन वाले सोचण बड़ी भगती करदा है। दूसरा शेर है, मरने के बाद शीतल अपनी करेंगे कोई, करते हैं हम जहाँ में गुजरे हुओं की बातें। मेरा हुण तक दा आखिरी नावल ज्वालामुखी है। उस विच हजरत खिजर दा जिक्र आउंदा है। जिवें भारती ਸਾਹਿਤ ਵਿੱਚ ਧਨੰਤਰ ਵੈਦ ਧਨਵੰਤਰੀ ਦਾ ਜ਼ਿਕਰ ਆਉਂਦਾ ਹੈ, ਉਹ ਵੀ ਇੱਕ ਕਲਪਤ ਪਾਤਰ ਹੈ। ਪੁਰਾਣਾਂ ਦੀ ਕਥਾ ਅਨੁਸਾਰ ਦੈਂਤਾਂ ਤੇ ਦੇਵਤਿਆਂ ਨੇ ਰਲ ਕੇ ਸਮੁੰਦਰ ਡਿੱਗਿਆ ਤਾਂ ਵਿੱਚੋਂ ਧਨੰਤਰ ਵੈਦ ਵੀ ਨਿਕਲਿਆ। ਅੱਜ ਸਾਇੰਸ ਦੇ ਯੁੱਗ ਵਿੱਚ ਇਹ ਮੰਨਣ ਯੋਗ ਨਹੀਂ। ਸਮੁੰਦਰ ਵਿੱਚੋਂ ਹੀਰੇ ਮੋਤੀ ਜਵਾਹਰ ਤਾਂ ਨਿਕਲ ਸਕਦੇ ਹਨ, ਪਰ ਇਨਸਾਨ ਨਹੀਂ। ਇਨਸਾਨ ਤਾਂ ਮਾਤ ਪਿਤਾ ਬਿਨ ਪੂਤ ਨਾ ਹੋਈ। ਇਸੇ ਤਰ੍ਹਾਂ ਹਜ਼ਰਤ ਖਿਜ਼ਰ ਵੀ ਇੱਕ ਕਲਪਤ ਪਾਤਰ ਹੈ। ਇਸਲਾਮੀ ਰਵਾਇਤ ਅਨੁਸਾਰ ਉਹਨੇ ਆਬੇ ਹਯਾਤ ਅੰਮ੍ਰਿਤ ਪੀ ਲਿਆ ਹੈ, ਸੋ ਉਹ ਕਦੇ ਮਰੇਗਾ ਨਹੀਂ। ਇਸ ਦਾ ਅਰਥ ਉਹ ਮਰ ਸਕਦਾ ਹੀ ਨਹੀਂ, ਕਿਉਂਕਿ ਉਹ ਜੰਮਿਆ ਹੀ ਨਹੀਂ। ਜਵਾਲਾਮੁਖੀ ਦਾ ਨਾਇਕ ਕਹਿੰਦਾ ਹੈ, ਨਹੀਂ ਖਿਜ਼ਰ ਮੈਂ ਜਿਹੜਾ ਮਰ ਨਾ ਸਕਾਂਗਾ, ਰਹੇਗੀ ਮਗਰ ਜ਼ਿੰਦਾ ਮੇਰੀ ਕਹਾਣੀ। ਸਹੀ ਅਰਥਾਂ ਵਿੱਚ ਇਹ ਮੇਰੇ ਵੱਲੋਂ ਪੇਸ਼ਨ ਗੋਈ ਹੀ ਹੈ ਨਾ, ਪਰ ਹੈ ਸੁੱਤੇ ਸਿੱਧ ਹੀ। ਆਉਣ ਵਾਲਾ ਸਮਾਂ ਜਾਣੇ ਇਹ ਕਿੱਥੋਂ ਤੱਕ ਸਹੀ ਸਾਬਤ ਹੁੰਦੀ ਹੈ। ਅੰਤਰਜਾਮੀ। ਪਰ ਅੰਤਰਜਾਮੀ ਮੈਂ ਨਹੀਂ, ਸਾਡਾ ਛੋਟਾ ਪੁੱਤਰ ਡਾਕਟਰ ਰਘਬੀਰ ਸਿੰਘ ਸੀਤਲ ਹੈ। ਉਸ ਸਮੇਂ ਉਹ 4 ਸਾਲ ਦਾ ਸੀ। ਸਾਡਾ ਜੱਦੀ ਪਿੰਡ ਕਾਦੀਵਿੰਡ ਕਸੂਰ ਪਾਕਿਸਤਾਨ ਤੋਂ 4 ਮੀਲ ਉੱਤਰ ਵੱਲ ਸੀ। ਮੇਰੇ ਬੱਚਿਆਂ ਦੇ ਨਾਨਕੇ ਨਗਰ ਪੜਾਣਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਨ। ਬਰਸਾਤਾਂ ਦਾ ਮੌਸਮ ਸੀ। ਸਰਦਾਰਨੀ ਦੇ ਵੱਡੇ ਭਾਈ ਸਾਹਿਬ ਸਰਦਾਰ ਦਲਬੀਰ ਸਿੰਘ ਤੇ ਇੱਕ ਉਹਨਾਂ ਦਾ ਮਿੱਤਰ ਆਏ ਹੋਏ ਸਨ। ਰਘਬੀਰ ਸਿੰਘ ਖਹਿੜੇ ਪੈ ਗਿਆ ਕਿ ਮੈਂ ਸਵੇਰੇ ਮਾਮਾ ਜੀ ਦੇ ਨਾਲ ਜਾਣਾ ਹੈ। ਸਵੇਰੇ ਜਰਾ ਸਵਖਤੇ ਹੀ ਦਲਬੀਰ ਸਿੰਘ ਹੋਰੀ ਤਿਆਰ ਹੋ ਪਏ। ਅਸਾਂ ਰਘਬੀਰ ਨੂੰ ਉਠਾਇਆ, ਉੱਠ ਭਾਈ ਤੇਰੇ ਮਾਮਾ ਜੀ ਚੱਲੇ ਈ। ਉਹ ਅੱਖਾਂ ਮਲਦਾ ਮਲਦਾ ਉੱਠਿਆ, ਕਿਉਂ ਭਾਈ ਜਾਣਾ ਹੀ? ਅਸਾਂ ਐਵੇਂ ਹਾਸੇ ਨਾਲ ਪੁੱਛਿਆ। ਨਹੀਂ, ਉਹਨੇ ਸਿਰ ਫੇਰਦਿਆਂ ਕਿਹਾ। ਫਿਰ ਉਹਨੇ ਦਲਬੀਰ ਸਿੰਘ ਦਾ ਹੱਥ ਫੜ ਕੇ ਕਿਹਾ, ਮਾਮਾ ਜੀ ਤੁਸੀਂ ਵੀ ਨਾ ਜਾਓ। ਫਿਰੋਜ਼ਪੁਰ ਕੋਲ ਦਰਿਆ ਦਾ ਬੰਨ੍ਹ ਟੁੱਟ ਗਿਆ ਹੈ ਤੇ ਸਾਰੇ ਪਾਣੀ ਹੀ ਪਾਣੀ ਫਿਰ ਰਿਹਾ। ਮੈਂ ਹੱਸ ਕੇ ਕਿਹਾ, ਲੈ ਭਾਈ ਦਲਬੀਰ ਸਿਆਂ, ਹੁਣ ਤਾਂ ਤੇਰਾ ਭਣੇਵਾ ਅੰਤਰਜਾਮੀ ਹੋ ਗਿਆ ਏ, ਆਪਾਂ ਰੇਲ ਰਾਹੀਂ ਚੱਲ ਫਿਰਾਂਗੇ। ਦਲਬੀਰ ਸਿੰਘ ਨੇ ਸੁਝਾਅ ਦਿੱਤਾ, ਰੇਲ ਦੀ ਪਟੜੀ ਹੀ ਰੁੜ ਗਈ ਹੈ ਤਾਂ ਰੇਲ ਕਿੱਥੋਂ ਦੀ ਲੰਘੇਗੀ? ਆਪਾਂ ਮੋਟਰ ਤੇ ਚਲੇ ਜਾਵਾਂਗੇ। ਸੜਕ ਉੱਤੇ ਬੰਦੇ ਬੰਦੇ ਜਿੰਨਾ ਪਾਣੀ ਫਿਰ ਰਿਹਾ ਏ, ਉਹ ਵੇਖੋ ਸਭ ਕੁਝ ਰੁੜ ਕੇ ਨਹਿਰ ਵਿੱਚ ਪੈ ਰਿਹਾ। ਰਘਬੀਰ ਸਿੰਘ ਇਸ ਭਰੋਸੇ ਨਾਲ ਕਹਿ ਰਿਹਾ ਸੀ ਜਿਵੇਂ ਸਭ ਕੁਝ ਉਹਨੂੰ ਸਾਫ਼ ਨਜ਼ਰ ਆ ਰਿਹਾ ਹੋਵੇ। ਖੈਰ ਅਣਜਾਣੇ ਦੀ ਗੱਲ ਹਾਸੇ ਵਿੱਚ ਪੈ ਗਈ। ਉਹ ਦੋਵੇਂ ਤੁਰ ਗਏ। ਦਿਨ ਦੇ 11 ਵਜੇ ਕਸੂਰੋਂ ਆਉਣ ਵਾਲਿਆਂ ਆਦਮੀਆਂ ਤੋਂ ਪਤਾ ਲੱਗਾ ਕਿ ਤੜਕੇ 3 ਵਜੇ ਫਿਰੋਜ਼ਪੁਰ ਕੋਲੋਂ ਦਰਿਆ ਦਾ ਬੰਨ੍ਹ ਟੁੱਟਾ ਸੀ। ਰੇਲ ਦੀ ਪਟੜੀ ਰੁੜ ਕੇ ਤੇ ਸੜਕ ਤੋੜ ਕੇ ਪਾਣੀ ਬੀਕਾਨੇਰ ਵਾਲੀ ਨਹਿਰ ਵਿੱਚ ਪੈ ਰਿਹਾ ਸੀ। ਫਿਰੋਜ਼ਪੁਰ ਸ਼ਹਿਰ ਦਾ ਬਹੁਤ ਸਾਰਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਸੀ। ਦਲਬੀਰ ਸਿੰਘ ਹੋਰੀ ਬੀਕਾਨੇਰ ਵਾਲੀ ਨਹਿਰੇ ਪੈ ਕੇ ਅਗਲੇ ਪੁਲ ਤੋਂ ਪਾਰ ਕਰਕੇ ਲੱਖ ਲੱਖ ਜਿੰਨੇ ਪਾਣੀ ਵਿੱਚ ਦੀ ਲੰਘ ਕੇ ਪਿੰਡ ਪਹੁੰਚੇ। ਇਹ ਗੱਲ
ਕਿਸੇ ਸਿੱਕੇਬੰਦ ਭੇਖਧਾਰੀ ਨੇ ਕਹੀ ਹੁੰਦੀ ਤਾਂ ਉਹ ਸਾਰੀ ਉਮਰ ਅੰਤਰਜਾਮੀ ਸਮਝ ਕੇ ਪੂਜਿਆ ਜਾਂਦਾ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਵਾਇਰਲੈਸ ਵਾਂਗ ਕਿਤੇ ਕੁਦਰਤੀ ਦੋਹਾਂ ਦਾ ਮੇਲ ਹੋ ਜਾਵੇ, ਵੇਵਜ਼ ਜੁੜ ਜਾਣ ਤਾਂ ਮਨੁੱਖ ਵੀ ਓਨੇ ਸਮੇਂ ਵਾਸਤੇ ਅੰਤਰਜਾਮੀ ਬਣ ਜਾਂਦਾ ਹੈ। ਮੇਰੇ ਇਨਾਮ ਤੇ ਸਨਮਾਨ। 8ਵੀਂ ਜਮਾਤ ਵਿੱਚ ਮੈਂ ਉਰਦੂ ਸਾਹਿਤ ਬਹੁਤ ਪੜ੍ਹਿਆ। ਜਿੰਨੇ ਵੀ ਨਾਮਵਰ ਸ਼ਾਇਰ ਹੋ ਚੁੱਕੇ ਸਨ, ਮੈਂ ਸਭ ਦੇ ਦੀਵਾਨ ਪੜ੍ਹੇ। ਜਿੱਥੇ ਮੀਰ ਤੇ ਦਰਦ ਬੜੀ ਸਾਦਾ ਬੋਲੀ ਲਿਖਦੇ ਹਨ, ਉਥੇ ਗਾਲਿਬ ਦੀ ਭਾਸ਼ਾ ਬਹੁਤ ਕਠਿਨ ਹੈ। ਉਸ ਸਾਲ ਪੰਜਾਬੀ ਯੂਨੀਵਰਸਿਟੀ ਨੇ ਮੁਕਾਬਲੇ ਤੇ ਲੇਖ ਮਜ਼ਮੂਨ ਲਿਖਵਾਏ। 10ਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਸਨ। ਮੇਰੇ ਉਸਤਾਦ ਨੇ ਜ਼ੋਰ ਦਿੱਤਾ ਕਿ ਮੈਂ ਉਸ ਮੁਕਾਬਲੇ ਵਿੱਚ ਹਿੱਸਾ ਲਵਾਂ। ਮੈਂ ਬੇਨਤੀ ਕੀਤੀ ਕਿ ਮੈਂ ਲੇਖ ਲਿਖ ਕੇ ਭੇਜ ਦਿੰਦਾ ਹਾਂ, ਪਰ ਆਪ ਜੀ ਨੂੰ ਵਿਖਾਏ ਬਗੈਰ। ਕਿਉਂ? ਉਸਤਾਦ ਨੇ ਥੋੜਾ ਮੁਸਕਰਾਉਂਦਿਆਂ ਕਿਹਾ, ਆਪ ਮੇਰੇ ਉਸਤਾਦ ਹੋ, ਵਿਦਵਾਨ ਹੋ, ਆਪ ਮੇਰੀ ਲਿਖਤ ਵਿੱਚ ਸੋਧ ਸੁਧਾਈ ਕਰੋਗੇ, ਫਿਰ ਇਨਾਮ ਦੇ ਹੱਕਦਾਰ ਆਪ ਹੋਏ ਜਾਂ ਮੈਂ। ਉਹਨੇ ਹੱਸ ਕੇ ਕਿਹਾ, ਤੇਰੀ ਮਰਜ਼ੀ, ਤੂੰ ਮਜ਼ਮੂਨ ਲਿਖ ਕੇ ਜ਼ਰੂਰ ਭੇਜ। ਮੈਂ ਲਿਖਿਆ ਤੇ ਭੇਜ ਦਿੱਤਾ। ਯੂਨੀਵਰਸਿਟੀ ਦੇ ਲਿਖੇ ਅਨੁਸਾਰ ਮਜ਼ਮੂਨ ਤੰਦਰੁਸਤੀ ਅਰੋਗਤਾ ਬਾਰੇ ਸੀ। ਗੁਰੂ ਦੀ ਕਿਰਪਾ, ਮੈਨੂੰ ਪਹਿਲਾ ਇਨਾਮ ਆ ਗਿਆ, ਇੱਕ ਵੈਸਟ ਐਂਡ ਕੰਪਨੀ ਦੀ ਜੇਬ ਘੜੀ। ਕੀਮਤ ਇਨਾਮ ਦੀ ਰਕਮ ਜਾਂ ਚੀਜ਼ ਦੀ ਨਹੀਂ, ਪਹਿਲੇ ਦਰਜੇ ਦੀ ਸੀ। ਅਗਲੇ ਸਾਲ ਫਿਰ ਯੂਨੀਵਰਸਿਟੀ ਵੱਲੋਂ ਕਿਸੇ ਹੋਰ ਮਜ਼ਮੂਨ ਉੱਤੇ ਮੁਕਾਬਲਾ ਕਰਵਾਇਆ ਗਿਆ। ਉਸਤਾਦ ਸਾਹਿਬ ਨੇ ਬੜਾ ਜ਼ੋਰ ਦਿੱਤਾ ਕਿ ਮੈਂ ਫਿਰ ਮਜ਼ਮੂਨ ਲਿਖਾਂ ਤੇ ਭੇਜਾਂ, ਪਰ ਮੈਂ ਨਾ ਮੰਨਿਆ। ਉਹਨਾਂ ਮੇਰਾ ਹੌਸਲਾ ਵਧਾਉਂਦਿਆਂ ਕਿਹਾ, ਘਬਰਾ ਨਾ, ਤੂੰ ਇਸ ਸਾਲ ਵੀ ਪਹਿਲਾ ਇਨਾਮ ਲੈ ਜਾਏਂਗਾ। ਮੌਲਵੀ ਜੀ, ਉਰਦੂ ਦੇ ਉਸਤਾਦ ਫਕੀਰ ਹੁਸੈਨ ਜੀ ਨੂੰ ਸਾਰੇ ਇਸੇ ਤਰ੍ਹਾਂ ਪੁਕਾਰਿਆ ਕਰਦੇ ਸਨ। ਆਪ ਜੀ ਦੀ ਕਿਰਪਾ ਨਾਲ ਜੇ ਮੈਂ ਪਹਿਲਾ ਇਨਾਮ ਲੈ ਗਿਆ ਤਾਂ ਇੱਕ ਹੋਰ ਵਿਦਿਆਰਥੀ ਦਾ ਹੱਕ ਮਾਰਾਂਗਾ। ਮੈਂ ਮੁਕਾਬਲੇ ਵਿੱਚ ਨਹੀਂ ਹੋਵਾਂਗਾ ਤਾਂ ਦੂਸਰੇ ਦਰਜੇ ਤੇ ਆਉਣ ਵਾਲਾ ਆਪਣੇ ਆਪ ਪਹਿਲੇ ਦਰਜੇ ਤੇ ਆ ਜਾਵੇਗਾ। ਪਰ ਜੇ ਮੈਂ ਦੂਸਰੇ ਜਾਂ ਤੀਸਰੇ ਦਰਜੇ ਤੇ ਆ ਗਿਆ ਤਾਂ ਮੇਰੀ ਪਦਵੀ ਘਟ ਜਾਵੇਗੀ। ਮੇਰੀ ਨਿੱਜੀ ਰਾਏ ਹੈ ਕਿ ਇੱਕ ਵਾਰ ਪਹਿਲਾ ਇਨਾਮ ਜਿੱਤਣ ਵਾਲੇ ਨੂੰ ਫੇਰ ਕਦੇ ਮੁਕਾਬਲੇ ਵਿੱਚ ਨਹੀਂ ਆਉਣਾ ਚਾਹੀਦਾ। 8ਵੀਂ ਵਿੱਚ ਪੜ੍ਹਦਿਆਂ ਸਭ ਤੋਂ ਉੱਤਮ ਤੇ ਉਮਰ ਭਰ ਦਾ ਸੁਹੰਡਣਾ ਇਨਾਮ ਮਿਲਿਆ ਕਿ 1984 ਬਿਕਰਮੀ ਭਾਦੋਨ ਦੀ ਪੂਰਨਮਾਸ਼ੀ ਭਾਵ 10 ਸਤੰਬਰ 1927 ਈਸਵੀ ਨੂੰ ਸਾਡਾ ਵਿਆਹ ਹੋ ਗਿਆ। ਪਰ ਜੀਵਨ ਸਾਥਣ ਦੇ ਦੀਦਾਰ 8ਵੀਂ ਦੇ ਇਮਤਿਹਾਨ ਪਿੱਛੋਂ ਮੁਕਲਾਵੇ ਵਾਰੀ ਹੀ ਹੋਏ। 27 ਦਸੰਬਰ 1929 ਈਸਵੀ ਨੂੰ 2 ਘੜੀ ਦੇ ਤੜਕੇ ਸਾਡੇ ਘਰ ਰਵਿੰਦਰ ਸਿੰਘ ਦਾ ਜਨਮ ਹੋਇਆ। ਸਾਡੇ ਦੋਹਾਂ ਨਾਲੋਂ ਮੇਰੇ ਮਾਤਾ ਪਿਤਾ ਨੂੰ ਵਧੇਰੇ ਖੁਸ਼ੀ ਹੋਈ। ਉਹਨਾਂ ਦੇ ਝੁਰੜੀਆਂ ਭਰਿਆਂ ਚਿਹਰਿਆਂ ਉੱਤੇ ਸਗਵੀਂ ਲਾਲੀ ਆ ਗਈ। ਪੁੱਤਰ ਦੇ ਪਹਿਲੇ ਦੀਦਾਰ ਬਾਰੇ ਪਿੱਛੋਂ ਮੈਂ ਕਵਿਤਾ ਲਿਖੀ, ਉਹ ਮੇਰੇ ਨੈਣਾਂ ਦੇ ਤਾਰੇ। 1930 ਈਸਵੀ ਵਿੱਚ ਮੈਂ ਸਾਇੰਸ ਤੇ ਪੰਜਾਬੀ ਨਾਲ 10ਵੀਂ ਪਾਸ ਕੀਤੀ। ਸੱਚ, MSLC ਦੀ ਡਿਗਰੀ ਫਸਟ ਡਿਵੀਜ਼ਨ ਵਿੱਚ ਪਾਸ ਹੋ ਕੇ ਵੀ ਮੈਨੂੰ ਬਹੁਤੀ ਖੁਸ਼ੀ ਨਾ ਹੋਈ। ਘਰ ਦੇ ਹਾਲਾਤ ਬਾਰੇ ਮੈਂ ਜਾਣਦਾ ਸਾਂ ਕਿ ਮੈਂ ਪੜ੍ਹਨ ਵਾਸਤੇ ਕਾਲਜ ਵਿੱਚ ਨਹੀਂ ਜਾ ਸਕਾਂਗਾ, ਪਰ ਹੁਣ ਮੈਨੂੰ ਕੋਈ ਅਫਸੋਸ ਨਹੀਂ। ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਨਹੀਂ ਜਾ ਸਕਿਆ, ਪਰ ਹੁਣ ਕਈ ਵਾਰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੈਕਚਰ ਦੇਣ ਵਾਸਤੇ ਜਾਣਾ ਪੈਂਦਾ ਹੈ। ਮੇਰਾ ਤਜਰਬਾ ਹੈ ਕਿ ਸਕੂਲਾਂ ਕਾਲਜਾਂ ਵਿੱਚ ਤਾਂ ਪੜ੍ਹਨ ਦੀ ਜਾਚ ਸਿਖਾਈ ਜਾਂਦੀ ਹੈ, ਪੜ੍ਹਨਾ ਤਾਂ ਪਿੱਛੋਂ ਆਪ ਪੈਂਦਾ ਹੈ। ਮੈਂ ਤਾਂ ਆਪਣੇ ਇਨਾਮਾਂ ਦੀ ਗੱਲ ਕਰ ਰਿਹਾ ਸਾਂ। ਖੈਰ, 1960 ਈਸਵੀ ਵਿੱਚ ਮੈਂ ਆਪਣੇ ਢਾਡੀ ਜਥੇ ਸਮੇਤ ਬਰਮਾ, ਥਾਈਲੈਂਡ, ਮਲਾਇਆ, ਸਿੰਗਾਪੁਰ ਦਾ ਚੱਕਰ ਲਾ ਕੇ ਆਇਆ। ਉਹਨਾਂ ਮੁਲਕਾਂ ਵਿੱਚ ਭਾਰਤੀਆਂ ਦੇ ਰਹਿਣ ਸਹਿਣ ਬਾਰੇ ਮੈਂ ਨਾਵਲ ਲਿਖਿਆ, ਕਾਲੇ ਪਰਛਾਵੇਂ। ਸਰਦਾਰ ਜੀਵਨ ਸਿੰਘ ਮਾਲਕ ਲਾਹੌਰ ਬੁੱਕ ਸ਼ਾਪ ਦੇ ਕਹਿਣ ਅਨੁਸਾਰ ਉਹ ਮੈਂ ਭਾਸ਼ਾ ਵਿਭਾਗ ਪੰਜਾਬ ਕੋਲ ਮੁਕਾਬਲੇ ਵਿੱਚ ਪੇਸ਼ ਕਰ ਦਿੱਤਾ। ਉਸ ਉੱਤੇ ਫਰਵਰੀ 1962 ਈਸਵੀ ਵਿੱਚ ਪਹਿਲਾ ਇਨਾਮ ਮਿਲਿਆ। ਗੌਰਮੈਂਟ ਆਫ ਇੰਡੀਆ ਦੀ ਐਜੂਕੇਸ਼ਨ ਮਿਨਿਸਟਰੀ ਨਿਊ ਲਿਟਰੇਟ ਬਾਲਗਾਂ ਵਾਸਤੇ ਲਿਖੇ ਸਾਹਿਤ ਉੱਤੇ ਇਨਾਮ ਦਿੰਦੀ ਹੈ। ਉਸ ਵਿੱਚ ਪਹਿਲਾ ਦੂਸਰਾ ਦਰਜਾ ਨਹੀਂ ਹੁੰਦਾ। ਇੱਕ ਭਾਸ਼ਾ ਵਿੱਚ ਇੱਕੇ ਪੁਸਤਕ ਨੂੰ ਇਨਾਮ ਮਿਲਦਾ ਹੈ ਤੇ ਇੱਕ ਲੇਖਕ 3 ਵਾਰ ਇਨਾਮ ਲੈ ਸਕਦਾ ਹੈ। ਮੇਰੇ ਉਹ ਤਿੰਨੇ ਇਨਾਮ ਪੂਰੇ ਹੋ ਚੁੱਕੇ ਹਨ। ਨੰਬਰ 1 ਸੁਰਗ ਸਵੇਰਾ ਨੂੰ 28 ਜੂਨ 1962 ਈਸਵੀ। ਨੰਬਰ 2
ਹਿਮਾਲਿਆ ਦੇ ਰਾਖੇ ਨੂੰ 28 ਅਗਸਤ 1964 ਈਸਵੀ ਨੰਬਰ 3 ਸੱਭੇ ਸਾਂਝੀਵਾਲ ਸਦਾਇਨ ਨੂੰ 1966 ਈਸਵੀ ਵਿੱਚ ਸਭ ਤੋਂ ਉੱਚਾ ਅਵਾਰਡ ਸਨਮਾਨ ਸਰਕਾਰ ਹਿੰਦ ਦੀ ਸਾਹਿਤ ਅਕਾਦਮੀ ਦਾ 1974 ਈਸਵੀ ਵਿੱਚ ਮੇਰੇ ਨਾਵਲ ਯੁੱਗ ਬਦਲ ਗਿਆ ਨੂੰ ਮਿਲਿਆ। ਉਹਨਾਂ ਲੋਕਾਂ ਨੂੰ ਬੜੀ ਹੈਰਾਨੀ ਹੋਈ ਜੋ ਮੈਨੂੰ ਸਫਲ ਢਾਡੀ ਤਾਂ ਮੰਨਦੇ ਸਨ ਪਰ ਨਾਵਲਕਾਰ ਮੰਨਣ ਨੂੰ ਤਿਆਰ ਨਹੀਂ ਸਨ। 82-83 ਦੇ ਸਾਲ ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਇੱਕ ਹੋਰ ਸ਼੍ਰੇਣੀ ਰਾਗੀ ਢਾਡੀ ਨੂੰ ਵੀ ਸਨਮਾਨ ਦੇ ਹੱਕਦਾਰ ਮੰਨ ਲਿਆ ਤੇ ਆਰੰਭ ਕੀਤਾ ਗਿਆ ਮੇਰੇ ਤੋਂ। 27 ਮਾਰਚ 1983 ਈਸਵੀ ਨੂੰ ਚੰਡੀਗੜ੍ਹ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ। ਮਹਿਕਮੇ ਨੇ ਮੇਰੇ 2 ਸਨਮਾਨ ਇਕੱਠੇ ਕਰ ਦਿੱਤੇ, ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਸਾਹਿਤਕਾਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ਼੍ਰੋਮਣੀ ਢਾਡੀ ਵਜੋਂ ਸਨਮਾਨ ਮਿਲਿਆ। ਸਭ ਨਾਲੋਂ ਕੀਮਤੀ ਸਨਮਾਨ ਸੀ ਇੱਕ ਫੌਜੀ ਸ਼ਰਧਾਲੂ ਦੀ ਚਿੱਠੀ। 1962 ਈਸਵੀ ਵਿੱਚ ਮੈਂ ਨਿਊਰੈਲਜੀਏ ਅੱਧੇ ਸਿਰ ਦੀ ਪੀੜ ਨਾਲ ਬਿਮਾਰ ਸਾਂ। ਸਾਡੇ ਪੁਰਾਤਨ ਰਿਸ਼ੀਆਂ ਦੇ ਸਰਾਪਾਂ ਨਾਲ ਭਰੇ ਪਏ ਹਨ। ਜੇ ਮੈਂ ਕ੍ਰੋਧ ਵਿੱਚ ਆ ਕੇ ਕਿਸੇ ਨੂੰ ਸਰਾਪ ਵੀ ਦੇਣਾ ਹੋਵੇ ਤਾਂ ਇਹ ਸਰਾਪ ਨਹੀਂ ਦੇਵਾਂਗਾ। ਪਰਮਾਤਮਾ ਕਿਸੇ ਨੂੰ ਅਜਿਹੀ ਤਕਲੀਫ ਨਾ ਦੇਵੇ। ਉਸ ਕਾਰਨ ਮੈਨੂੰ ਢਾਡੀ ਜਥੇ ਦੇ ਕਈ ਪ੍ਰੋਗਰਾਮ ਛੱਡਣੇ ਪਏ। ਬਹੁਤ ਸਾਰੇ ਥਾਈਂ ਮੇਰੀ ਬਿਮਾਰੀ ਦੀ ਖਬਰ ਪਹੁੰਚ ਗਈ। ਡਾਕ ਰਾਹੀਂ ਇੱਕ ਫੌਜੀ ਸਿੰਘ ਦੀ ਚਿੱਠੀ ਆਈ। ਉਸ ਦਾ ਭਾਵ ਸੀ, ਤੁਸਾਂ ਸ਼ੇਰੇ ਪੰਜਾਬ ਦੇ ਜੀਵਨ ਵਿੱਚ ਲਿਖਿਆ ਹੈ, ਵਣੀਕੇ ਨਗਰ ਵਿੱਚ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਿਆ ਸੀ। ਹਕੀਮਾਂ ਨੇ ਜ਼ਿੰਦਗੀ ਦੀ ਆਸ ਲਾ ਦਿੱਤੀ ਸੀ। ਸਰਦਾਰ ਨਿਹਾਲ ਸਿੰਘ ਅਟਾਰੀ ਸਰਦਾਰ ਸ਼ਾਮ ਸਿੰਘ ਦੇ ਪਿਤਾ ਨੇ ਸੱਚੇ ਦਿਲੋਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮਹਾਰਾਜੇ ਦੀ ਬਿਮਾਰੀ ਮੈਨੂੰ ਲੱਗ ਜਾਏ ਤੇ ਮੇਰੀ ਜ਼ਿੰਦਗੀ ਮਹਾਰਾਜੇ ਨੂੰ ਮਿਲ ਜਾਏ। ਸਰਦਾਰ ਨਿਹਾਲ ਸਿੰਘ ਅਟਾਰੀ ਆ ਕੇ ਪਲੰਗ ਤੇ ਲੇਟ ਗਿਆ। ਅਰਦਾਸ ਪ੍ਰਵਾਨ ਹੋਈ। ਜਿਸ ਦਿਨ ਸਰਦਾਰ ਨਿਹਾਲ ਸਿੰਘ ਦੀ ਅਰਥੀ ਉੱਠੀ, ਉਸੇ ਦਿਨ ਮਹਾਰਾਜੇ ਨੇ ਅਰੋਗਤਾ ਦਾ ਇਸ਼ਨਾਨ ਕੀਤਾ। ਉਸ ਫੌਜੀ ਸਿੰਘ ਨੇ ਲਿਖਿਆ, ਮੇਰੀ ਅਰਦਾਸ ਹੈ ਕਿ ਤੁਹਾਡੀ ਬਿਮਾਰੀ ਮੈਨੂੰ ਲੱਗ ਜਾਏ ਤੇ ਆਪ ਅਰੋਗ ਹੋ ਕੇ ਸੰਗਤਾਂ ਦੀ ਸੇਵਾ ਕਰਦੇ ਰਹੋ। ਉਸ ਜਵਾਨ ਨਾਲ ਮੇਰੀ ਕੋਈ ਉਚੇਚੀ ਸਾਂਝ ਨਹੀਂ ਸੀ, ਨਾ ਹੀ ਉਸ ਨੂੰ ਕੋਈ ਮੇਰੇ ਨਾਲ ਗਰਜ ਸੀ। ਕਿ ਇਹ ਸਤਿਕਾਰ ਜਾਂ ਕੁਰਬਾਨੀ ਦੀ ਕੋਈ ਕੀਮਤ ਪਾਈ ਜਾ ਸਕਦੀ ਹੈ ਜਾਂ ਇਸ ਸਨਮਾਨ ਦੇ ਬਰਾਬਰ ਕੋਈ ਹੋਰ ਸਨਮਾਨ ਪੁੱਜ ਸਕਦਾ ਹੈ? ਉਸ ਸੱਜਣ ਨੂੰ ਮੈਂ ਪਿਆਰ ਸਤਿਕਾਰ ਦੀ ਚਿੱਠੀ ਲਿਖੀ ਤੇ ਨਾਲ ਹੀ ਮਨ ਦੀ ਕਹਿ ਦਿੱਤੀ, ਮੈਂ ਆਪਣੇ ਦੁੱਖ ਕਿਸੇ ਨੂੰ ਨਹੀਂ ਦੇ ਸਕਦਾ। ਇਹ ਵੀ ਉਸ ਦਾਤੇ ਦੀ ਬਖਸ਼ਿਸ਼ ਹੈ, ਇਹ ਵੀ ਦਾਤ ਤੇਰੀ ਦਾਤਾਰ। ਅਭੁੱਲ ਯਾਦਾਂ ਭਾਗ 4। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।